ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ US ਟੀਵੀ। ਮੈਂ ਸੁਖਦੀਪ ਕੌਰ ਸੰਧੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ। ਸਿਮਰਜੀਤ ਬੈਂਸ ਨੂੰ ਗ੍ਰਿਫਤਾਰ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਕੀਤਾ ਗਿਆ ਰਿਹਾ। ਸੰਯੁਕਤ ਸਮਾਜ ਮੋਰਚੇ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ। ਹੰਸਰਾਜ ਹੰਸ ਨੇ ਸਾਂਭੀ ਪੰਜਾਬ ਦੇ ਵਿੱਚ ਭਾਜਪਾ ਦੇ ਚੋਣ ਪ੍ਰਚਾਰ ਦੀ ਕਮਾਂਡ। ਖੇਤੀ ਵਿਗਿਆਨੀ ਡਾਕਟਰ ਵਰਿੰਦਰਪਾਲ ਸਿੰਘ ਦਾ ਯੁਵਾ ਸਿਟੀ ਵਿਖੇ ਕੀਤਾ ਗਿਆ ਸਨਮਾਨ। ਨਵਜੋਤ ਕੌਰ ਸਿੱਧੂ ਨੇ ਮੁੜ ਦਿੱਤਾ ਬਾਕੀ ਬਿਆਨ, ਕਿਹਾ ਸਿੱਧੂ ਚੰਨੀ ਦੇ ਨਾਲੋਂ ਸੀਐਮ ਚਿਹਰੇ ਦੇ ਲਈ ਵੱਧ ਕਾਬਿਲ। ਸਰਕਾਰ ਆਉਣ ਤੇ ਸੁਖਜਿੰਦਰ ਰੰਧਾਵਾ ਮੁੜ ਬਣਨਗੇ ਡਿਪਟੀ ਸੀਐਮ ਚੰਨੀ ਨੇ ਕੀਤਾ ਐਲਾਨ। ਗੁਰਮੀਤ ਰਾਮ ਰਹੀਮ ਨੂੰ ਫਰਲੋ ਦੇਣ ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਸਖਤ ਇਤਰਾਜ਼। ਹੁਣ ਖਬਰਾਂ ਵਿਸਥਾਰ ਦੇ ਨਾਲ। ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਦੇਰ ਰਾਤ ਰਿਹਾ ਕਰ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਲੋਕ ਇਨਸਾਫ ਪਾਰਟੀ ਦੇ ਬੁਲਾਰੇ ਨੇ ਸੋਸ਼ਲ ਮੀਡੀਆ ਦੇ ਰਾਹੀਂ ਕੀਤੀ ਹੈ। ਬੀਤੇ ਦਿਨ ਆਤਮ ਨਗਰ ਹਲਕੇ ਦੇ ਵਿੱਚ ਹੋਏ ਝਗੜੇ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਤੇ ਸਾਥੀਆਂ ਉੱਪਰ 307 ਦਾ ਪਰਚਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੱਲ ਸਿਮਰਜੀਤ ਸਿੰਘ ਬੈਂਸ ਆਪਣੇ ਵੱਡੇ ਭਰਾ ਦੇ ਨਾਲ ਬਾਰ ਐਸੋਸੀਏਸ਼ਨ ਦੇ ਵਿੱਚ ਪ੍ਰਚਾਰ ਦੇ ਲਈ ਪਹੁੰਚੇ ਸਨ, ਜਿੱਥੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਪੁਲਿਸ ਨੇ ਬੈਂਸ ਨੂੰ ਗ੍ਰਿਫਤਾਰ ਕੀਤਾ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਦੇਰ ਰਾਤ ਸਿਮਰਜੀਤ ਸਿੰਘ ਬੈਂਸ ਨੂੰ ਛੱਡ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਦੇ ਵੱਲੋਂ ਪਹਿਲਾਂ ਇੱਕ ਇਨਕੁਆਇਰੀ ਦੀ ਅਰਜ਼ੀ ਦਿੱਤੀ ਗਈ ਸੀ। ਸੋ ਬੈਂਸ ਨੂੰ ਗਿੱਲ ਬਾਜ਼ਾਰ ਸ਼ਿਮਲਾਪੁਰੀ ਵਿਖੇ ਸੋਮਵਾਰ ਦੀ ਝੜਪ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਵਿੱਚ ਆਤਮ ਨਗਰ ਹਲਕੇ ਤੋਂ ਪਾਰਟੀ ਉਮੀਦਵਾਰ ਦਾ ਸਮਰਥਨ ਕਰ ਰਹੇ ਕਾਂਗਰਸੀ ਵਰਕਰਾਂ ਤੇ LIP ਵਰਕਰ ਦੇ ਵੱਲੋਂ ਹਮਲੇ ਦਾ ਇਲਜ਼ਾਮ ਸੀ। ਘਟਨਾ ਤੋਂ ਬਾਅਦ ਬੈਂਸ, ਉਸ ਦੇ ਪੁੱਤਰ ਅਤੇ 32 ਹੋਰਾਂ ਤੇ ਹੱਤਿਆ ਦੀ ਕੋਸ਼ਿਸ਼ ਅਤੇ ਹੋਰ ਤਰ੍ਹਾਂਵਾਂ ਦੇ ਦੋਸ਼ ਦੇ ਹੇਠ ਕੇਸ ਦਰਜ ਕੀਤਾ ਗਿਆ ਸੀ। ਕੜਵਲ ਤੇ ਬੈਂਸ ਦੇ ਸਮਰਥਕਾਂ ਦੇ ਵਿਚਕਾਰ ਝੜਪ ਹੋਈ ਸੀ। ਝੜਪ ਦੌਰਾਨ ਫਾਇਰਿੰਗ ਹੋਈ ਸੀ, ਗੱਡੀਆਂ ਦੀ ਭੰਨਤੋੜ ਵੀ ਕੀਤੀ ਗਈ ਸੀ। ਦੂਜੀ ਧਿਰ ਦੀ ਸ਼ਿਕਾਇਤ ਦੇ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਸੀ। ਪੰਜਾਬ ਵਿਧਾਨ ਸਭਾ ਦੇ ਲਈ 20 ਫਰਵਰੀ ਨੂੰ VOTING ਹੈ, ਸੋ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਦੇ ਨਾਲ ਭਖਾਈ ਹੋਈ ਹੈ। ਇਸ ਤਰ੍ਹਾਂ ਪੰਜਾਬ ਦੇ ਵਿੱਚ ਚੋਣਾਂ ਲੜ ਰਹੀਆਂ 22 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਸਮਾਜ ਮੋਰਚੇ ਨੇ ਆਪਣਾ ਚੋਣ ਇਕਰਾਰਨਾਮਾ ਦੇ ਨਾਂ ਤੇ 25 ਸੂਤਰੀ ਮੈਨੀਫੈਸਟੋ ਜਾਰੀ ਕੀਤਾ ਹੈ। ਚੰਡੀਗੜ੍ਹ ਦੇ ਵਿੱਚ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰਾਜੋਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਫਲਾਂ ਤੇ ਸਬਜ਼ੀਆਂ ਸਮੇਤ ਹਰ ਫਸਲ ਤੇ MSP, ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਕੌਮੀ ਮਾਰਗ ਟੋਲ ਫ੍ਰੀ ਹੋਣਗੇ। ਹੁਸੈਨੀਵਾਲਾ ਅਤੇ ਬਾਗਾ ਸਰਹੱਦ ਤੋਂ ਪਾਕਿਸਤਾਨ ਅਤੇ ਮੱਧ ਏਸ਼ੀਆ ਦੇ ਨਾਲ ਖੁੱਲਾ ਵਪਾਰ ਹੋਏਗਾ। ਪਾਕਿਸਤਾਨ ਦੇ ਨਾਲ ਵਪਾਰ ਦੇ ਲਈ ਹੁਸੈਨੀਵਾਲਾ ਅਤੇ ਵਾਘਾ ਬਾਰਡਰ ਹੀ ਖੋਲੇ ਜਾਣਗੇ। ਸੋ ਉਹਨਾਂ ਨੇ ਪੰਜਾਬ ਦੇ ਵਿੱਚ ਵੱਡੇ ਉਦਯੋਗਿਕ ਘਰਾਣਿਆਂ ਦੀਆਂ ਇਕਾਈਆਂ ਨੂੰ ਪ੍ਰਮੋਟ ਨਾ ਕਰਨ ਦਾ ਵੀ ਐਲਾਨ ਕੀਤਾ ਹੈ। ਚੰਡੀਗੜ੍ਹ ਦੇ ਵਿੱਚ ਸਾਂਝੇ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੋਵਾਲ ਨੇ ਦੱਸਿਆ ਹੈ ਕਿ ਚੋਣ ਸਮਝੌਤੇ ਦੇ ਵਿੱਚ ਕਿਸਾਨਾਂ ਦੇ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਮੋਰਚੇ ਦੇ ਸਮਝੌਤੇ ਦੇ ਤਹਿਤ ਕਿਸਾਨਾਂ ਨੂੰ ਹਰ ਫਸਲ ਤੇ MSP, ਹਰੇਕ ਕਿਸਾਨ ਪਰਿਵਾਰ ਦੀ 25,000 ਦੇ ਲਈ ਨਿਸ਼ਚਿਤ ਆਮਦਨ ਦੇ ਲਈ ਨੀਤੀ ਲਿਆਂਦੀ ਜਾਏਗੀ। ਸੋ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੱਡੇ ਕਾਰਪੋਰੇਟ ਉਦਯੋਗ ਨੂੰ ਉਤਸ਼ਾਹਿਤ ਨਹੀਂ ਕਰਨਗੇ, ਲਘੂ ਉਦਯੋਗਾਂ ਦੇ ਰਾਹੀਂ ਪੰਜਾਬ ਦਾ ਵਿਕਾਸ ਕਰਨਗੇ। ਇਸ ਦੇ ਨਾਲ ਰੁਜ਼ਗਾਰ ਵੀ ਮਿਲੇਗਾ। IT ਸੈਕਟਰ ਨੂੰ ਤਰਜੀਹ ਦੇਣਗੇ। ਪੰਜਾਬ ਸਰਹੱਦੀ ਸੂਬਾ ਹੈ, ਇਸ ਦੇ ਲਈ ਕੇਂਦਰ ਤੋਂ ਵਿਸ਼ੇਸ਼ ਰਾਜਾਂ ਦੀ ਮੰਗ ਕੀਤੀ ਜਾਏਗੀ। ਪੰਜਾਬ ਵਿਧਾਨ ਸਭਾ ਚੋਣਾਂ ਦਰਮਿਆਨ ਜਿੱਥੇ ਹਰ ਸਿਆਸੀ ਪਾਰਟੀ ਤੇ ਪਾਰਟੀਆਂ ਦੇ ਵਰਕਰ ਚੋਣ ਮੈਦਾਨ ਦੇ ਵਿੱਚ ਨਿਤਰੇ ਨੇ, ਉੱਥੇ ਹੀ ਭਾਜਪਾ ਦਿੱਲੀ ਦੇ ਸੰਸਦ ਮੈਂਬਰ ਹੰਸਰਾਜ ਹੰਸ ਵੀ ਮੋਗਾ ਤੋਂ ਭਾਜਪਾ ਉਮੀਦਵਾਰ ਡਾਕਟਰ ਹਰਜੋਤ ਕਮਲ ਦੇ ਹੱਕ ਦੇ ਵਿੱਚ ਵੋਟਾਂ ਮੰਗਣ ਦੇ ਲਈ ਸ਼ਹਿਰ ਦੇ 2 ਵਾਰਡਾਂ ਦੇ ਵਿੱਚ ਨਿਤਰ ਕੇ ਸਾਹਮਣੇ ਆਏ ਨੇ। ਇਸ ਮੌਕੇ ਤੇ ਹੰਸਰਾਜ ਹੰਸ ਨੇ ਕਿਹਾ ਕਿ ਭਾਜਪਾ ਇੱਕ ਵਿਚਾਰਧਾਰਾ ਹੈ ਅਤੇ ਕਿਸੇ ਵੀ ਵਿਅਕਤੀ ਦੀ ਪਾਰਟੀ ਨਹੀਂ ਹੈ। ਇਸ ਕਰਕੇ ਅੱਜ ਲੋਕ ਹੋਰ ਪਾਰਟੀਆਂ ਨੂੰ ਛੱਡ ਰਹੇ ਨੇ ਤੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਪੱਧਰ ਦਿਨੋਂ ਦਿਨ ਉੱਚਾ ਹੋ ਰਿਹਾ ਹੈ। ਲੋਕ ਭਾਜਪਾ ਦੀਆਂ ਨੀਤੀਆਂ ਨੂੰ ਸਮਝ ਚੁੱਕੇ ਨੇ, ਕਿਉਂਕਿ ਇੱਕ ਇਹੀ ਪਾਰਟੀ ਹੈ ਜੋ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ। ਇਸੇ ਕਰਕੇ ਪੰਜਾਬ ਅੰਦਰ ਭਾਜਪਾ ਦੇ ਵਰਕਰਾਂ ਨੂੰ ਜਿਤਾਉਣਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀਆਂ ਨੂੰ ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਵਾਂਗ ਬਣਾਉਣ ਦੇ ਲਈ ਮੁੜ ਤੋਂ ਹੰਬਲਾ ਮਾਰਨਾ ਚਾਹੀਦਾ ਹੈ। ਉਹਨਾਂ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਚਿੰਤਤ ਨੇ ਅਤੇ ਉਹ ਚਾਹੁੰਦੇ ਨੇ ਕਿ ਇਸ ਵਾਰ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣੇ ਤਾਂ ਕਿ ਪੰਜਾਬ ਨੂੰ ਵੀ ਹਰਿਆਣਾ ਵਰਗਾ ਖੁਸ਼ਹਾਲ ਸੂਬਾ ਬਣਾ ਸਕੀਏ। ਮੇਰਾ ਮਕਸਦ ਹੈ ਜੀ, BJP ਪਾਰਟੀ ਹੈ ਮੇਰੀ, ਮੈਂ ਉਹਦਾ ਛੋਟਾ ਜਿਹਾ ਕਾਰਕੁਨ ਆ, ਸੇਵਾਦਾਰ ਆ, ਵਰਕਰ ਆ। ਮੇਰੀ ਡਿਊਟੀ ਬਣਦੀ, ਮੇਰਾ ਫਰਜ਼ ਬਣਦਾ, ਜਿਹਨੂੰ ਮੇਰੀ ਪਾਰਟੀ ਨੇ ਟਿਕਟ ਦਿੱਤੀ ਆ, ਬੜਾ ਲਾਇਕ ਬੰਦਾ ਮੇਰੇ ਲਈ, ਸਭ ਤੋਂ ਲਾਇਕ ਉਹੀ ਹੁੰਦਾ ਹੈ। ਡਾਕਟਰ ਹਰਜੋਤ ਕਮਲ ਜੀ ਦੀ ਸਪੋਰਟ ਲਈ ਮੈਂ ਆਇਆ। ਇੱਥੇ ਜ਼ਿਲ੍ਹਾ ਅਧਿਕਸ਼ ਜੀ ਤਸ਼ਰੀਫ ਫਰਮਾ ਨੇ, ਇਹ ਰਾਜਸਥਾਨ ਤੋਂ ਸਰਦਾਰ ਸਾਹਿਬ ਆਏ, ਸਰਦਾਰ ਨਤੜਕ ਸਿੰਘ ਬਰਾੜ, ਹੋਰ BJP ਦੀ ਸਮੁੱਚੀ ਲੀਡਰਸ਼ਿਪ ਹੈ। ਔਰ ਮੈਂ ਬੇਨਤੀ ਕਰਨ ਆਇਆ ਕਿ ਪ੍ਰੈਕਟੀਕਲੀ
ਅਗਰ ਅਸੀਂ ਸੋਚਦੇ ਹਾਂ ਤੇ ਜਿਹੜੀ ਸਰਕਾਰ ਸੈਂਟਰ ਵਿੱਚ ਹੈ ਜਿਸ ਪਾਰਟੀ ਦੀ, ਉਸੇ ਪਾਰਟੀ ਦੀ ਸੂਬੇ 'ਚ ਹੋਵੇ ਤੇ ਜ਼ਿਆਦਾ ਅੱਛੀ ਗੱਲ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਡਾਕਟਰ ਵਰਿੰਦਰਪਾਲ ਸਿੰਘ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਦੇ ਸਦਕਾ 골ਡ ਮੈਡਲ ਦਿੱਤਾ ਜਾਣਾ ਸੀ, ਜਿਸ ਨੂੰ ਉਹਨਾਂ ਨੇ ਇਸ ਕਰਕੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਸ ਵਕਤ ਕਿਸਾਨੀ ਅੰਦੋਲਨ ਜ਼ੋਰਾਂ ਤੇ ਸੀ। ਇਸ ਤੋਂ ਬਾਅਦ ਡਾਕਟਰ ਵਰਿੰਦਰਪਾਲ ਸਿੰਘ ਦੁਨੀਆ ਭਰ ਦੇ ਵਿੱਚ ਚਰਚਾ ਦੇ ਵਿੱਚ ਆ ਗਏ ਸਨ। ਅੱਜ ਕੱਲ੍ਹ ਉਹ ਕੈਲੀਫੋਰਨੀਆ ਦੇ ਦੌਰੇ ਤੇ ਨੇ। ਇੱਥੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਦੇ ਕਾਉਂਟੀ ਸੁਪਰਵਾਈਜ਼ਰ ਕਰਮ ਬੈਂਸ ਦੇ ਵੱਲੋਂ ਵੀ ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ, ਜਿੱਥੇ ਅਮਰੀਕਨ ਆਗੂਆਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਹੋਏ ਨੇ। ਇਸ ਮੌਕੇ ਤੇ ਕਰਮ ਬੈਂਸ ਨੇ ਡਾਕਟਰ ਵਰਿੰਦਰਪਾਲ ਸਿੰਘ ਜੀ ਨੂੰ ਜੀ ਆਇਆਂ ਕਿਹਾ ਅਤੇ ਸੂਬਾ ਕਾਉਂਟੀ ਦੇ ਵੱਲੋਂ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਹੈ। ਸੋ ਇਸ ਦੇ ਨਾਲ ਹੀ ਸਰਦਾਰ ਬੈਂਸ ਨੇ ਡਾਕਟਰ ਵਰਿੰਦਰਪਾਲ ਸਿੰਘ ਦੀ ਸੰਸਥਾ ਆਤਮ ਪ੍ਰਗਾਸ ਦੇ ਰਾਹੀਂ ਕਿਸਾਨ ਅੰਦੋਲਨ ਦੌਰਾਨ ਪ੍ਰਭਾਵਿਤ ਹੋਏ 5 ਕਿਸਾਨਾਂ ਦੇ ਪਰਿਵਾਰਾਂ ਨੂੰ ਮਦਦ ਭੇਜੀ ਹੈ। ਸੋ ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਨੇ। ਉਪਰੰਤ ਉੱਗੇ ਕਿਸਾਨ ਅਤੇ ਬਜ਼ੁਰਗ ਸਿੱਖ ਆਗੂ ਸਰਦਾਰ ਦੀਦਾਰ ਸਿੰਘ ਬਾਂਸ ਨੂੰ ਮਿਲਣ ਦੇ ਲਈ ਡਾਕਟਰ ਵਰਿੰਦਰਪਾਲ ਸਿੰਘ, ਗੁਲਿੰਦਰ ਗਿੱਲ ਅਤੇ ਗੁਰਜਤਿੰਦਰ ਸਿੰਘ ਰੰਧਾਵਾ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਬਹੁਤ ਸਾਰੇ ਧਾਰਮਿਕ ਵਿਚਾਰ ਵਟਾਂਦਰੇ ਵੀ ਕੀਤੇ ਗਏ। ਬੜਾ ਵਡਭਾਗਾਂ ਵਾਲਾ ਦਿਨ ਹੈ ਅੱਜ ਕਿ ਸਾਡੇ ਵਿੱਚ ਇੱਕ ਅਜਿਹੀ ਸ਼ਖਸੀਅਤ ਬਿਰਾਜਮਾਨ ਹੋਈ ਹੈ। ਅੱਜ ਵਿਸ਼ੇਸ਼ ਤੌਰ ਤੇ ਇੰਡੀਆ ਤੋਂ ਉਹ ਆਏ ਆ, ਪੰਜਾਬ ਤੋਂ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇੱਕ ਬਹੁਤ ਉੱਚ ਕੋਟੀ ਦੇ ਸਾਇੰਟਿਸਟ, ਮੇਰੀ ਮੁਰਾਦ ਆ ਡਾਕਟਰ ਵਰਿੰਦਰਪਾਲ ਸਿੰਘ। ਇਹ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਉੱਚ ਅਹੁਦਿਆਂ ਤੇ ਰਹਿ ਕੇ ਅਜਿਹੇ ਕੀਰਤੀਮਾਨ ਕੀਤੇ ਕਿ ਹਿੰਦੁਸਤਾਨ ਸਰਕਾਰ ਨੂੰ ਉਹਨਾਂ ਨੇ ਇਹਨਾਂ ਨੂੰ 골ਡ ਮੈਡਲ ਦੇਣ ਲਈ ਸੱਦਿਆ। ਦਿੱਲੀ 'ਚ ਮਿਨਿਸਟਰੀ ਦੇ ਅੰਡਰ ਉਹ ਇੱਕ ਫੰਕਸ਼ਨ ਸੀ। ਜਦੋਂ ਇਹਨਾਂ ਨੂੰ ਸੱਦਿਆ, ਜੋ ਇਹਨਾਂ ਨੇ ਉੱਥੇ ਕੀਤਾ ਉਹ ਇੱਕ ਲਾਈਮ ਲਾਈਟ ਕਹਿ ਸਕਦੇ ਹਾਂ ਵੀ ਵਰਲਡ ਵਾਈਡ ਜਿੰਨੇ ਵੀ ਸਾਡੇ ਪੰਜਾਬੀ ਰਹਿੰਦੇ ਆ ਉਹਨਾਂ ਦੇ ਇੱਕਦਮ ਉਹਨਾਂ ਨੂੰ ਉਦੋਂ ਤੋਂ ਪਤਾ ਲੱਗਿਆ ਕਿ ਕੋਈ ਡਾਕਟਰ ਵਰਿੰਦਰਪਾਲ ਸਿੰਘ ਦਾ ਨਾਂ ਦਾ ਕੋਈ ਸਾਇੰਟਿਸਟ ਹੈਗਾ। ਜਦੋਂ ਇਸ ਤਰ੍ਹਾਂ ਦੇ ਸਨਮਾਨ ਮਿਲਦੇ ਆ, ਹਰ ਬੰਦੇ ਨੂੰ ਚਾਅ ਹੁੰਦਾ। ਲਾਈਫ 'ਚ ਵਨ ਟਾਈਮ ਓਪਰਚੁਨਿਟੀ ਹੁੰਦੀ ਆ ਕਿ ਸਾਨੂੰ ਅੱਜ ਇਨਾਮ ਮਿਲਣਾ, ਅੱਜ ਐਡਾ ਵੱਡਾ ਅਵਾਰਡ ਮਿਲਣਾ, ਜੋ ਸਾਰੀ ਉਮਰ ਅਸੀਂ ਕੀਤਾ ਉਹਦਾ ਅੱਜ ਨਿਚੋੜ ਕੱਢ ਕੇ ਗੌਰਮੈਂਟ ਨੇ ਸਾਨੂੰ ਸੱਦਿਆ ਤੇ ਉਹਨਾਂ ਨੇ ਸਾਨੂੰ ਇਨਾਮ ਦੇਣ ਲਈ ਉੱਥੇ ਬਹੁਤ ਵਧੀਆ ਇੱਕ ਫੰਕਸ਼ਨ ਵੀ ਆਰਗੇਨਾਈਜ਼ ਕੀਤਾ। ਮੇਰੇ ਕਹਿਣ ਤੋਂ ਭਾਵ ਕੀ ਹੈ, ਅੱਜ ਜੋ ਅਸੀਂ ਸਾਰੇ ਸੱਦੇ ਬੁਲਾਏ ਤੇ ਕਰਮਦੀਪ ਦੇ ਇੱਥੇ ਆ ਕੇ ਦਰਸ਼ਨ ਦਿੱਤੇ ਨੇ, ਡਾਕਟਰ ਸਾਹਿਬ ਹੋਣਾ ਦੇ ਜੋ ਇਹਨਾਂ ਨੇ ਕਾਲਣਾ ਕਾਲੀ, ਉਹ ਕੋਈ ਇਹਨਾਂ ਦੀ ਆਪਣੀ ਨਹੀਂ ਹੈ, ਜੋ ਕਿ ਸਿੱਖੀ ਗੁਰੂ ਨਾਨਕ ਦੇਵ ਤੋਂ ਚੱਲਦੀ ਆਈ ਹੈ। 10 ਪਾਤਸ਼ਾਹੀਆਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਇਹਨਾਂ ਨੇ ਜੋ ਗੁਰੂ ਨਾਨਕ ਦੇਵ ਨੇ ਸਾਨੂੰ ਸਿੱਖਾਂ ਨੂੰ ਦੱਸਿਆ, ਉਹਦੇ ਤੇ ਪਹਿਰਾ ਦਿੱਤਾ ਤਾਂ ਅੱਗੇ ਵਾਸਤੇ ਵੀ ਦੇਣਾ। ਅਸੀਂ ਇਹ ਬੁਲੰਦੀਆਂ ਤੇ ਪਹੁੰਚਿਆ ਜਿਹੜਾ ਕਿ ਡਾਕਟਰ ਸਾਹਿਬ ਦੀਆਂ ਖੂਬੀਆਂ ਦੇ ਕਰਕੇ ਸਾਰੀ ਦੁਨੀਆ ਉਸ ਨੂੰ ਜਾਣਦੀ ਹੈ ਤੇ ਵੱਖ-ਵੱਖ ਸਾਰੇ ਸ਼ਹਿਰਾਂ ਦੇ ਵਿੱਚ ਕਿਸਾਨਾਂ ਦੀ ਗੱਲ ਹੋ ਰਹੀ ਹੈ। ਔਰ ਅਸੀਂ ਲਾਸ ਐਂਜਲਸ ਦੇ ਸਿਟੀ ਹਾਲ ਦੇ ਵਿੱਚ ਜਦ ਕਿ ਉੱਥੇ ਸਾਡੇ ਕੋਲ 3 ਕਾਂਗਰਸਮੈਨ ਆਏ ਸੀਗੇ, ਜੂਡੀ ਚੂ, ਕੈਰਨ ਬਾਸ ਜਿਹੜੀ ਕਿ LA ਮੇਅਰ ਲਈ ਰਨ ਕਰ ਰਹੀ ਹੈ। ਐਂਡ I will switch a little bit to English because there are some English speaking people here, supervisors and all that. So we had 3 guests, Judy Chu and also Karen Bass, who is the director of the International Human Rights Commission, and she's running for LA Mayor, and director of the Los Angeles Airport Police Chief. He's running for sheriff. ਬਹੁਤ ਹੀ ਫਰਾਕਦਰੀ ਦੇਖ ਕਰਕੇ ਉਸ ਅਵਾਰਡ ਨੂੰ ਇਗਨੋਰ ਕੀਤਾ। ਆਪਾਂ ਸਾਰੇ ਜਾਣਦੇ ਆ ਜਥੇਬੰਦੀਆਂ ਬਾਰੇ। 32 ਜਥੇਬੰਦੀਆਂ ਨੇ ਇਕੱਠੇ ਹੋ ਕੇ ਉਹ ਸੰਘਰਸ਼ ਜੋ ਸੱਚਾ ਸੁੱਚਾ ਸੰਘਰਸ਼ ਸੀ ਉਹਨੂੰ ਕਾਮਯਾਬ ਬਣਾਇਆ। ਇਹ ਮੈਂ ਦੱਸ ਦੇਣੀ ਚਾਹਾਂ ਹਾਂ ਕਿ ਅਸੀਂ ਸੈਂਟਰ ਗਵਰਨਮੈਂਟ ਦੇ ਅੰਦਰ ਹਾਂ। ਜਿਸ ਤਰ੍ਹਾਂ ਇੱਥੇ ਸਾਨੂੰ ਅਧਿਕਾਰ ਹੈ, ਵੱਧ ਅਧਿਕਾਰ ਸਟੇਟਾਂ ਨੂੰ, ਜੇਕਰ ਉੱਥੇ ਵੀ ਹੋਣ ਸਾਡੇ ਲਈ ਵੱਧ ਅਧਿਕਾਰ ਸਟੇਟ ਦੇ ਕੋਲ। ਅੱਜ ਕਿਸੇ ਵੀ ਸਾਡੀ ਪਾਰਟੀ ਦੀ ਗਵਰਨਮੈਂਟ ਬਣਦੀ ਆ,
ਸਾਨੂੰ ਉੱਥੇ ਝੋਲੀ ਅੱਡ ਕੇ ਜਾਣਾ ਪੈਣਾ, ਚਾਹੇ ਉਹ ਕੇਜਰੀਵਾਲ ਦੀ ਹੋਵੇ, ਚਾਹੇ ਉਹ ਮੋਦੀ ਦੀ ਹੋਵੇ, ਚਾਹੇ ਉਹ ਰਾਹੁਲ ਦੀ ਹੋਵੇ। ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਕੀਤਾ ਜਾਵੇ। ਗੱਲ ਜਿਹੜੀ ਮੈਂ ਮਹਿਸੂਸ ਕਰਦਾ ਕਿ ਸਾਡੇ ਸਾਰਿਆਂ ਲਈ ਪ੍ਰੇਰਨਾਮਈ ਸੀ ਸਾਡਾ ਏਕਾ, ਹੈ ਨਾ। ਏਕੇ ਨੇ ਹੀ ਇਹਨੂੰ ਫਤਿਹ ਕੀਤਾ। ਉੱਥੇ ਧਰਮਾਂ ਦੀਆਂ, ਬੋਲੀਆਂ ਦੀਆਂ, ਭੂਗੋਲਿਕ ਹੱਦਬੰਦੀਆਂ ਸਾਰੀਆਂ ਪਾਸੇ ਸੀਗੀਆਂ ਤੇ ਉਹ ਇੱਕ ਪਿੰਡ ਬਣਿਆ ਹੋਇਆ ਸੀ, ਇੱਕ ਸਾਂਝਾਂ ਸੀਗੀਆਂ ਤੇ ਜਦੋਂ ਤੱਕ ਅਸੀਂ ਉਹ ਸਾਂਝਾਂ ਬਣਾ ਕੇ ਰੱਖਾਂਗੇ ਅਸੀਂ ਵੱਡੇ ਮੋਰਚੇ ਫਤਿਹ ਕਰ ਸਕਦੇ ਹਾਂ। ਉੱਥੋਂ ਇਹ ਲੈਸਨ ਲੈਣ ਵਾਲਾ ਕਿ ਸੰਸਥਾਵਾਂ ਦੇ ਪੱਧਰ ਤੇ, ਗੁਰਦੁਆਰਿਆਂ ਦੇ ਪੱਧਰ ਤੇ, ਮਹੱਲਿਆਂ ਦੇ ਪੱਧਰ ਤੇ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਹੈ। ਅਸੀਂ ਵੰਡੇ ਹੋਏ ਹਾਂ, ਸਾਨੂੰ ਉਹਨਾਂ ਵੰਡੀਆਂ ਤੋਂ ਉੱਪਰ ਉੱਠਣਾ ਪਵੇਗਾ, ਇਕਜੁੱਟ ਹੋਣਾ ਪਵੇਗਾ। ਜਦੋਂ ਅਸੀਂ ਇਕਜੁੱਟ ਹੋਵਾਂਗੇ ਤੇ ਫਤਿਹ ਸਾਡੇ ਕਦਮ ਚੁੰਮਣ ਦੇ ਲਈ। ਪੰਜਾਬ ਕਾਂਗਰਸ ਨੇ ਆਪਣੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਵੈਸੇ ਤਾਂ ਕਾਂਗਰਸ ਦੇ ਵਿੱਚ ਸੀਐਮ ਫੇਸ ਦੇ ਲਈ ਦਾਅਵੇਦਾਰਾਂ ਦੀ ਕਮੀ ਨਹੀਂ ਹੈ, ਪਰ ਫਿਲਹਾਲ ਚੰਡੀ ਸਿੰਘ ਚੰਨੀ ਦੇ ਫੇਸ ਦੇ ਨਾਲ ਕਾਂਗਰਸ ਚੋਣ ਲੜ ਰਹੀ ਹੈ। ਇਸ ਦੌੜ ਦੇ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਅੱਗੇ ਸੀ, ਪਰ ਉਹਨਾਂ ਨੂੰ ਝਟਕਾ ਜ਼ਰੂਰ ਲੱਗਾ ਹੈ। ਇਸ ਮਗਰੋਂ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਦਰਦ ਛਲਕਿਆ ਹੈ। ਮੰਗਲਵਾਰ ਨੂੰ ਚੋਣ ਪ੍ਰਚਾਰ ਕਰ ਰਹੀ ਨਵਜੋਤ ਕੌਰ ਨੇ ਕਿਹਾ ਹੈ ਰਾਹੁਲ ਗਾਂਧੀ ਨੂੰ ਸੀਐਮ ਉਮੀਦਵਾਰ ਐਲਾਨਣ ਤੋਂ ਪਹਿਲਾਂ ਗੁੰਮਰਾਹ ਕੀਤਾ ਗਿਆ ਸੀ। ਮੁੱਖ ਮੰਤਰੀ ਦੇ ਅਹੁਦੇ ਦੇ ਲਈ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਹੀ ਯੋਗ ਉਮੀਦਵਾਰ ਨੇ। ਨਵਜੋਤ ਕੌਰ ਦੇ ਮੁਤਾਬਿਕ ਇਸ ਵੱਡੀ ਕੁਰਸੀ ਦੇ ਲਈ ਕੋਈ ਮਾਪਦੰਡ ਤੈਅ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਲਈ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਉਹਨਾਂ ਦੀ ਪੜ੍ਹਾਈ, ਉਹਨਾਂ ਦੇ ਕੰਮ, ਇਮਾਨਦਾਰੀ ਆਦਿ ਨੂੰ ਦੇਖਿਆ ਜਾਣਾ ਚਾਹੀਦਾ ਹੈ। ਕਾਂਗਰਸ ਦੇ ਵਿੱਚ ਇਸ ਅਹੁਦੇ ਦੇ ਲਈ ਸਿੱਧੂ ਸਹੀ ਉਮੀਦਵਾਰ ਸਨ। ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਉਹ ਇਹ ਸਭ ਦੇ ਲਈ ਨਹੀਂ ਕਹਿ ਰਹੀ ਹੈ ਕਿਉਂਕਿ ਸਿੱਧੂ ਉਹਨਾਂ ਦੇ ਪਤੀ ਨੇ, ਪਰ ਉਹਨਾਂ ਦਾ ਮਾਡਲ ਬਹੁਤ ਵਧੀਆ ਹੈ। ਜੇਕਰ ਉਹ ਮੁੱਖ ਮੰਤਰੀ ਬਣਦੇ ਤਾਂ 6 ਮਹੀਨਿਆਂ ਦੇ ਵਿੱਚ ਪੰਜਾਬ ਦੀਆਂ ਸਮੱਸਿਆਵਾਂ ਹੱਲ ਹੋ ਜਾਣੀਆਂ ਸਨ। नॉर्मल सिटीजन कह रही हूँ ऑफ पंजाब रैदर ऑफ इंडिया। मैं एज ए नॉर्मल सिटीजन कह रही हूँ कि जे सारे हिंदुस्तान जो बच्चे बाहर जा रहे हैं, क्राइटेरिया सिर्फ थोड़ी ब्रिलियंस, थोड़ी इंटैलीजेंस, थोड़ा ऑनेस्टी, 3-4 चीज़ा होंगी हैं कि तुसी ईमानदार हो, तुसी पढ़े लिखे हो, ਤੁਸੀਂ ਐਜੂਕੇਟਿਡ ਹੋ, ਤੁਹਾਡੇ 'ਚ ਕੈਪੈਸਿਟੀ ਹੈ। ਸਾਡੇ 'ਚ ਤਾਂ ਬੋਲਦੇ ਸੀ ਕੈਪੈਸਿਟੀ ਟੂ ਸਪੀਚ ਆਲਸੋ ਦੈਟ ਇਜ਼ ਇੰਪੋਰਟੈਂਟ। ਤਾਂ ਹੀ ਇੰਟਰਵਿਊਜ਼ ਰੱਖਦੇ ਸੀ ਰਾਦਰ ਦੈਨ ਕੱਲਾ ਕੁਐਸਚਨ ਪੇਪਰ। ਦੈਟ ਇਜ਼ ਮਚ ਮੋਰ ਇੰਪੋਰਟੈਂਟ ਫॉर ਡਿਵੈਲਪਮੈਂਟ ਆਫ ਅ ਸਟੇਟ। ਮੈਂ ਜਿੱਥੇ ਤੱਕ ਮੇਰਾ ਖਿਆਲ ਹੈ ਉਹਨਾਂ ਦੀਆਂ ਜਿਹੜੀਆਂ ਜਦੋਂ ਪੇਪਰਸ ਭਰੇ ਉਹਨਾਂ ਦੀਆਂ ਰਿਟਰਨ ਸਾਡੇ ਤੋਂ ਜ਼ਿਆਦਾ ਸੀ ਜੀ, ਐਂਡ ਦੇ ਹੈਵ ਅ ਬਿਗਰ ਹਾਊਸ ਦੈਨ ਅਸ ਆਲਸੋ ਜੀ। ਸੋ ਦੈਟ ਇਜ਼ ਦੇਖੋ ਫਿਰ ਤਾਂ ਸਭ ਤੋਂ that is not a right. ਪੰਜਾਬ ਦੇ ਵਿੱਚ ਭਾਜਪਾ ਨਹੀਂ ਸਗੋਂ ਕੇਂਦਰੀ ਏਜੰਸੀਆਂ ਜਿਨ੍ਹਾਂ ਦੇ ਵਿੱਚ ਈਡੀ, ਇਨਕਮ ਟੈਕਸ ਅਤੇ ਸੀਬੀਆਈ ਸ਼ਾਮਿਲ ਨੇ ਚੋਣ ਲੜ ਰਹੀਆਂ ਨੇ ਕਿਉਂਕਿ ਇਹੀ ਰੋਜ਼ਾਨਾ ਪ੍ਰੈਸ ਨੋਟ ਜਾਰੀ ਕਰ ਰਹੀਆਂ ਨੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਟਾਲਾ ਅਤੇ ਡੇਰਾ ਬਾਬਾ ਨਾਨਕ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਮੌਕੇ ਭਾਜਪਾ ਨੂੰ ਕਰੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਚੰਡੀ ਸਿੰਘ ਚੰਨੀ ਨੇ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਅੱਜ ਹਰ ਤਰੀਕੇ ਦੇ ਨਾਲ ਪੰਜਾਬੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਆਪਣੀਆਂ ਚਾਲਾਂ ਦੇ ਵਿੱਚ ਸਫਲ ਨਹੀਂ ਹੋਏਗੀ। ਇਸ ਦੌਰਾਨ ਚੰਨੀ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਅਕਾਲੀ ਨੇਤਾ ਵਿਕਰਮ ਮਜੀਠੀਆ ਤੇ ਹੱਥ ਪਾ ਨਹੀਂ ਸਕੇ, ਪਰ ਇਹ ਹਿੰਮਤ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿਖਾਈ ਹੈ। ਉਹਨਾਂ ਨੇ ਕਿਹਾ ਹੈ ਕਿ ਉਪ ਮੁੱਖ ਮੰਤਰੀ ਰੰਧਾਵਾ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ, ਪਰ ਫਿਰ ਵੀ ਉਹਨਾਂ ਅਤੇ ਉਹਨਾਂ ਦੀ ਸਰਕਾਰ ਨੇ ਹਿੰਮਤ ਦਿਖਾਉਂਦੇ ਹੋਏ ਮਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ। ਚੰਨੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਪਰਿਵਾਰ ਦੇ ਨਾਲ ਰਿਸ਼ਤੇਦਾਰੀਆਂ ਕੱਢ ਲਈਆਂ ਸਨ। ਉਹਨਾਂ ਨੇ ਕਿਹਾ ਹੈ ਕਿ ਜਨਤਾ ਨੇ ਜੇਕਰ ਉਹਨਾਂ ਨੂੰ 5 ਸਾਲਾਂ ਦਾ ਹੋਰ ਮੌਕਾ ਦਿੱਤਾ ਤਾਂ ਉਹ ਹਰ ਤਰ੍ਹਾਂ ਦੇ ਮਾਫੀਆ ਨੂੰ ਸੂਬੇ ਦੇ ਵਿੱਚੋਂ ਖਤਮ ਕਰ ਦੇਣਗੇ ਅਤੇ ਮਾਫੀਆ ਨੂੰ ਸੁਰੱਖਿਆ ਦੇਣ ਵਾਲੇ ਨੇਤਾਵਾਂ ਖਿਲਾਫ ਵੀ ਕਾਰਵਾਈ ਕਰਨਗੇ। ਉਹਨਾਂ ਐਲਾਨ ਕੀਤਾ ਹੈ ਕਿ ਚੋਣਾਂ ਤੋਂ ਬਾਅਦ ਜੇਕਰ ਕਾਂਗਰਸ ਨੂੰ ਫਤਵਾ ਮਿਲਿਆ ਤਾਂ ਉਹਨਾਂ ਦੀ ਸਰਕਾਰ ਦੇ ਵਿੱਚ ਰੰਧਾਵਾ ਫਿਰ ਤੋਂ ਡਿਪਟੀ ਸੀਐਮ ਬਣਨਗੇ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਜਿਹੜੇ ਕਿ ਬਰੀਦ ਨਾ ਕਰੋ ਫੁੱਲ ਯਾਰ ਬੋਲਣਾ ਸੁਟੋ ਅਲਰਜੀ ਸਰ ਨੂੰ ਡਿਪਟੀ ਸੀਐਮ ਸਾਹਿਬ ਦੇ ਹਲਕੇ ਵਿੱਚ ਆਇਆ। ਬਹੁਤ ਉਤਸ਼ਾਹ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਪੂਰੇ ਪੰਜਾਬ ਦੇ ਵਿੱਚ ਇੱਕ ਤਰਫਾ ਲਹਿਰ ਹੋ ਗਈ ਹੈ। ਕਾਂਗਰਸ ਪਾਰਟੀ ਵੱਡੀ ਜਿੱਤ ਕੇ ਸਰਕਾਰ ਬਣਾਉਣ ਜਾ ਰਹੀ ਹੈ। ਅੱਜ ਚੰਨੀ ਸਾਹਿਬ ਨੇ ਜਿਹੜੀ ਆਪਣੀ ਮੁਹਿੰਮ ਸ਼ੁਰੂ ਕੀਤੀ ਆ ਔਰ ਕੱਲ ਸ਼ਾਮ ਨੂੰ ਟੈਲੀਫੋਨ ਆਇਆ ਸੀ ਕਿ ਮੈਂ ਡੇਰਾ ਬਾਬਾ ਨਾਨਕ ਪਵਿੱਤਰ ਧਰਤੀ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਧਰਤੀ ਉੱਥੇ ਸੰਬੋਧਨ ਕਰਕੇ ਜਾਣਾ ਔਰ ਪਹਿਲਾਂ ਅਸੀਂ ਸ਼ਿਵਜੀ ਮਹਾਰਾਜ ਦੇ ਮੰਦਿਰ ਜਾ ਕੇ ਮੱਥਾ ਟੇਕਿਆ ਉੱਥੇ ਕਲਾਨੌਰ, ਉਹਦੇ ਬਾਅਦ ਇੱਥੇ ਆਏ। ਹੁਣ ਉਹ ਬਟਾਲੇ ਗਏ ਨੇ। ਜਿਸ ਤਰੀਕੇ ਦੇ ਨਾਲ ਲੋਕਾਂ ਦਾ ਸਾਥ ਤੁਸੀਂ ਵੇਖਿਆ ਕਿ ਕੋਈ 4.5-5 ਘੰਟੇ ਲੋਕਾਂ ਨੇ ਵੇਟ ਕੀਤੀ ਹੈ। ਇੱਕ ਜਦੋਂ ਲੋਕ ਨਾਇਕ ਬਾਹਰ ਨਿਕਲਦਾ
ਤੇ ਜਿਹੜਾ 111 ਦਿਨ ਦਾ ਸਾਡਾ ਸਮਾਂ ਉਹਦੇ ਕੰਮ ਤੇ ਬਾਕੀ ਜਿੰਨੀਆਂ ਸਰਕਾਰਾਂ ਨੇ ਉਹਨਾਂ ਦੇ ਕੰਮ, ਉਹਦੇ ਲਈ ਇਹ ਵੋਟਾਂ ਮੰਗ ਰਹੇ ਹਾਂ। 111 ਦਿਨ ਦੀ ਸਰਕਾਰ ਨੇ ਜੋ ਡਿਸੀਜਨ ਲਏ, ਜੋ ਪੰਜਾਬ ਦੇ ਲੋਕ ਹਿੱਤ 'ਚ ਲਏ, ਜੋ ਪੰਜਾਬੀਆਂ ਦੀ ਜੋ ਉਹਨਾਂ ਨੂੰ ਠੀਕ ਲੱਗਾ ਉਹ ਲਏ। ਬਿਜਲੀ ਦਾ ਜੇ ਬਿਜਲੀ ਦਾ ਰੇਟ ਘਟਾਉਣਾ 3 ਰੁਪਏ ਪਰ ਯੂਨਿਟ ਬਹੁਤ ਵੱਡਾ ਡਿਸੀਜਨ ਹੈ। ਅੱਜ ਬਿਜਲੀ ਤੁਸੀਂ ਜਦੋਂ ਵੇਖੋਗੇ ਅੱਧਾ ਰੇਟ ਜਿਹੜਾ ਉਹ ਬਿਜਲੀ ਦਾ ਹੋਊਗਾ, ਔਰ ਹਿੰਦੁਸਤਾਨ ਪੂਰੇ 'ਚ ਬਿਜਲੀ ਦਾ ਰੇਟ ਘੱਟ ਹੈ। ਕੇਜਰੀਵਾਲ ਗੱਲਾਂ ਕਰਦਾ, ਉਹਨੂੰ ਮੈਂ ਪੁੱਛਣਾ ਚਾਹੁੰਦਾ ਕਿ ਹੁਣ ਦੱਸ ਕਿ ਪੰਜਾਬ ਸਸਤਾ ਕਿ ਦਿੱਲੀ ਸਸਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਦੇ ਵੱਲੋਂ 21 ਦਿਨ ਦੀ ਫਰਲੋ ਦੇਣ ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਉਹਨਾਂ ਨੇ ਆਖਿਆ ਹੈ ਕਿ ਇਹ ਫੈਸਲਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ, ਜਿਸ ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਹੈ ਕਿ ਡੇਰਾ ਸਿਰਸਾ ਮੁਖੀ ਜਿੱਥੇ ਬਲਾਤਕਾਰ ਦੇ ਕਤਲ ਵਰਗੇ ਸੰਗੀਨ ਦੋਸ਼ਾਂ ਦੇ ਤਹਿਤ ਸਜ਼ਾ ਕੱਟ ਰਿਹਾ ਹੈ, ਉੱਥੇ ਹੀ ਇਸ ਦਾ ਸਾਲ 2015 ਦੇ ਵਿੱਚ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ ਵੀ ਸਿੱਧਾ ਸੰਬੰਧ ਜੁੜਦਾ ਹੈ। ਇਹ ਸ਼ਖਸ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਦਾ ਕਾਤਿਲ ਹੈ ਅਤੇ ਦੁੱਖ ਦੀ ਗੱਲ ਹੈ ਕਿ ਹਰਿਆਣਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਰਲ ਕੇ ਰਾਜਸੀ ਖੇਡ ਖੇਡੀ ਜਾ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਚੋਣਾਂ ਦੇ ਮੌਕੇ ਭਾਜਪਾ ਰਾਜਸੀ ਲਾਹਾ ਲੈਣ ਦੇ ਮੰਤਵ ਦੇ ਨਾਲ ਦੇਸ਼ ਅਤੇ ਖਾਸ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਡੇਰਾ ਮੁਖੀ ਪਾਸੋਂ ਬੇਅਦਬੀ ਮਾਮਲੇ ਦੇ ਵਿੱਚ ਪੁੱਛਗਿੱਛ ਦਾ ਸਿਲਸਿਲਾ ਜਾਰੀ ਹੈ ਅਤੇ ਦੂਜੇ ਪਾਸੇ ਉਸ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਕੇ ਰਾਹਤ ਦੇਣ ਦਾ ਰਾਹ ਖੋਲ੍ਹਣਾ ਕਿਸੇ ਤਰ੍ਹਾਂ ਪ੍ਰਵਾਨ ਨਹੀਂ ਹੈ। ਸੋ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਨੂੰ ਸ਼ਾਂਤ ਨਹੀਂ ਦੇਖਣਾ ਚਾਹੁੰਦੀ, ਇਸੇ ਦੇ ਲਈ ਹੀ ਰਾਮ ਰਹੀਮ ਨੂੰ ਬਾਹਰ ਲਿਆਂਦਾ ਜਾ ਰਿਹਾ ਹੈ। ਅੱਜ ਕੇਂਦਰ ਦੀ ਸਰਕਾਰ ਤੇ ਹਰਿਆਣੇ ਦੀ ਸਰਕਾਰ ਉਹਨਾਂ ਨੇ ਰਾਮ ਰਹੀਮ ਨੂੰ ਤਿੰਨ ਹਫ਼ਤੇ ਦੀ ਜਿਹੜੀ ਆ ਉਹ ਪੈਰੋਲ ਦੀ ਛੁੱਟੀ ਦਿੱਤੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਇਤਰਾਜ਼ ਆ ਕਿ ਇੱਕ ਤਾਂ ਚੋਣਾਂ ਦਾ ਮਾਹੌਲ ਇੱਥੇ ਚੱਲ ਰਿਹਾ, ਔਰ ਦੂਸਰਾ ਜਿਹੜਾ ਬਰਗਾੜੀ ਕਾਂਡ ਆ ਉਹ ਬਰਗਾੜੀ ਕਾਂਡ ਦੀ ਤਫਤੀਸ਼ ਵੀ ਚੱਲ ਰਹੀ ਆ, ਔਰ ਬਰਗਾੜੀ ਕਾਂਡ ਦੇ ਵਿੱਚ ਇਹਦੀ ਰਾਮ ਰਹੀਮ ਦੀ ਪੁੱਛ ਪ੍ਰਤੀਤ ਵੀ ਹੋ ਰਹੀ ਹੈ, ਉਹਨੂੰ ਤਫਤੀਸ਼ ਸ਼ਾਮਲ ਵੀ ਕੀਤਾ ਜਾ ਰਿਹਾ। ਤੇ ਅੱਜ ਚਾਣ ਚੱਕ ਉਹਨੂੰ 3 ਹਫ਼ਤੇ ਦੀ ਪੈਰੋਲ ਦੇਣਾ, ਮੈਂ ਸਮਝਦਾ ਇਹਦੇ ਪਿੱਛੇ ਬਹੁਤ ਵੱਡੀ ਇੱਕ ਸਾਜ਼ਿਸ਼ ਆ। ਔਰ ਇਹ ਪਹਿਲਾਂ ਵੀ ਪੰਜਾਬ ਦਾ ਮਾਹੌਲ ਬਹੁਤ ਵੱਡਾ ਖਰਾਬ ਹੁੰਦਾ ਰਿਹਾ, ਔਰ ਹੁਣ ਇਹ ਚਾਣ ਚੱਕ ਇਹਨੂੰ 3 ਹਫ਼ਤੇ ਦੀ ਜਿਹੜੀ ਪੈਰੋਲ ਦੇਣੀ ਆ, ਇਹ ਅਤ ਨਿੰਦਣਯੋਗ ਆ। ਦੂਜੇ ਪਾਸੇ ਸਾਡੇ ਜਿਹੜੇ ਮੁੰਡੇ ਬਹੁਤ ਲੰਬੇ ਅਰਸੇ ਤੋਂ, ਕੋਈ 36 ਸਾਲ ਦਾ ਅੰਦਰ ਬੈਠਾ, ਕੋਈ 37 ਸਾਲ ਦਾ ਅੰਦਰ ਬੈਠਾ, ਕੋਈ ਵਿਚਾਰੇ ਪੈਰੋਲਾਂ ਵੀ ਉਹਨਾਂ ਦੀਆਂ ਐਪਲੀਕੇਸ਼ਨਾਂ ਆ ਉਹ ਰਿਜੈਕਟ ਕੀਤੀਆਂ ਜਾ ਰਹੀਆਂ। ਤੇ ਫਿਰ ਇਹਦੇ ਪਿੱਛੇ ਇਹਦੀ ਐਡੀ ਕੀ ਕਾਹਲੀ ਸੀ ਵੀ ਇਹਨੂੰ 3 ਹਫ਼ਤੇ ਦੀ ਪੈਰੋਲ ਵੀ ਉਹਨਾਂ ਦਿਨਾਂ 'ਚ ਦਿੱਤੀ ਗਈ ਜਦੋਂ ਇਹ ਜਿਹੜੀਆਂ ਚੋਣਾਂ ਦਾ ਮਾਹੌਲ ਚੱਲ ਰਿਹਾ। ਪੰਜਾਬ ਦੀ ਹੌਟ ਸੀਟ ਬਣੀ ਵਿਧਾਨ ਸਭਾ ਹਲਕਾ ਪੂਰਬੀ ਦੇ ਵਿੱਚ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਜੀਠੀਆ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਦੋਵੇਂ ਆਗੂ ਪ੍ਰਚਾਰ ਦੌਰਾਨ ਕਿਸੇ ਵੀ ਮੰਚ ਤੇ ਇੱਕ ਦੂਜੇ ਤੇ ਸਿਆਸੀ ਹਮਲਾ ਕਰਨੋਂ ਗੁਰੇਜ਼ ਨਹੀਂ ਕਰਦੇ ਨੇ। ਸਿੱਧੂ ਮਜੀਠੀਆ ਨੂੰ ਮਾਫੀਆ ਦੱਸ ਕੇ ਘੇਰ ਰਹੇ ਨੇ ਤਾਂ ਮਜੀਠੀਆ ਸਿੱਧੂ ਨੂੰ ਹਲਕੇ ਦੇ ਵਿੱਚ ਹੋਏ ਵਿਕਾਸ ਦੇ ਕਟਹਿਰੇ ਦੇ ਵਿੱਚ ਖੜਾ ਕਰ ਰਹੇ ਨੇ। ਸਿੱਧੂ ਪ੍ਰਚਾਰ ਦੌਰਾਨ ਹਮਲਾ ਕਰਦੇ ਹੋਏ ਵਾਰ-ਵਾਰ ਦੁਹਰਾ ਰਹੇ ਨੇ ਕਿ ਮਜੀਠੀਆ ਉਸ ਤੋਂ ਡਰਦਾ ਹੈ। ਉਹਨਾਂ ਨੂੰ ਪਤਾ ਹੈ ਕਿ ਮੈਂ ਪਾਵਰ ਦੇ ਵਿੱਚ ਆ ਗਿਆ ਤਾਂ ਮੈਂ ਉਸ ਨੂੰ ਠੋਕੂੰਗਾ। ਇਹ ਵਜ੍ਹਾ ਹੈ ਕਿ ਪੂਰਾ ਮਾਫੀਆ ਤੇ ਤਸਕਰਾਂ ਦੀ ਫੌਜ ਉਸਦੇ ਹਲਕੇ ਦੇ ਵਿੱਚ ਬਿਠਾਈ ਹੋਈ ਹੈ। ਸਿੱਧੂ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਜੇਕਰ ਸ਼ਹਿਰ ਦੇ ਵਿੱਚ ਗੁੰਡਾਗਰਦੀ ਲਿਆਉਣੀ ਹੈ ਤਾਂ ਮਜੀਠੀਆ ਨੂੰ ਜਿਤਾ ਦਿਓ, ਜੇਕਰ ਧਰਮ ਦੀ ਸਥਾਪਨਾ ਕਰਨੀ ਹੈ ਤਾਂ ਉਸ ਦਾ ਸਾਥ ਜ਼ਰੂਰ ਦਿਓ। ਉਹਨਾਂ ਨਾ ਤਾਂ ਹਲਕੇ ਵਿੱਚ ਕਿਸੇ ਨੂੰ ਗੁੰਡਾਗਰਦੀ ਕਰਨ ਦੇਣਗੇ ਅਤੇ ਨਾ ਹੀ ਲੋਕਾਂ ਨੂੰ ਧਮਕਾਉਣ ਦੇਣਗੇ। ਮੰਗਲਵਾਰ ਨੂੰ ਵੀ ਸਿਆਸੀ ਹਮਲੇ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਜੇਕਰ ਅਕਾਲੀ ਸ਼ਹਿਰ ਦੇ ਵਿੱਚ ਆਏ ਤਾਂ ਉਹ ਤੁਹਾਡਾ ਕਾਰੋਬਾਰ ਖੋਣਗੇ, ਜੇਕਰ ਅਜਿਹਾ ਕਰਵਾਉਣਾ ਹੈ ਤਾਂ ਤੁਸੀਂ ਉਹਨਾਂ ਨੂੰ ਜਿਤਾਓ। ਅਕਾਲੀ ਦਲ ਨੂੰ ਮਜੀਠੀਆ ਦੇ ਖਾਲੀ ਕਰ ਦਿੱਤਾ ਹੈ ਕਿਉਂਕਿ ਇਸ ਦੀ ਵਜ੍ਹਾ ਦੇ ਨਾਲ ਟਕਸਾਲੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ। ਧਰਮ ਦੀ ਆੜ ਦੇ ਵਿੱਚ ਲੋਕਾਂ ਨੂੰ ਭਰਮਾਉਂਦੇ ਆ ਔਰ ਵੋਟਾਂ ਦੀ ਖਾਤਰ ਵਿਕ ਜਾਂਦੇ। ਇਸ ਤੋਂ ਬੜਾ ਜਗਨਿਆ ਅਪਰਾਧ ਕੋਈ ਨਹੀਂ। ਗੁਰੂ ਸਾਹਿਬ ਦੀ ਬੇਅਦਬੀ ਹੋਈ, ਗਊ ਮਾਤਾ ਦੀਆਂ ਪੂੰਛਾਂ ਸਿੱਟੀਆਂ ਜਾਂਦੀਆਂ ਮੰਦਰਾਂ 'ਚ। ਇਹ ਸਭ ਨਾਪਾਕ ਇਰਾਦੇ ਪੰਜਾਬ ਹਮੇਸ਼ਾ ਹਰਾਉਂਦਾ ਆਇਆ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ ਗੁਰੂਆਂ ਦੇ ਨਾਮ। ਔਰ ਗੁਰੂਆਂ ਦੀ ਬਾਣੀ ਸਾਨੂੰ ਪ੍ਰੇਰਣਾ ਦਿੰਦੀ ਹੈ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਦਸਮ ਪਿਤਾ ਨੇ, 9ਵੀਂ ਪਾਤਸ਼ਾਹੀ ਨੇ ਜਿਹੜੇ ਬਲੀਦਾਨ ਦਿੱਤੇ ਹੈ, ਉਹ ਪ੍ਰੇਰਣਾ ਹੈ ਕਿ ਅਸੀਂ ਮਾਨਵਤਾ ਲਈ ਖੜੇ ਹਾਂ।
वो गुल ही नहीं जिसमें खुशबू नहीं, वो दिल ही नहीं जिसमें उल्फत नहीं, लाख जौहर हो आदमी में एक इंसानियत नहीं तो कुछ भी नहीं। ये इंसानियत मरदी चली जा रही। ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਇੱਕ ਆਦੇਸ਼ ਜਾਰੀ ਕਰਕੇ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਕੁਲਬੀਰ ਸਿੰਘ ਜੀਰਾ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਭਾਈ ਮੰਡ ਨੇ ਕਿਹਾ ਹੈ ਕਿ ਜਦ ਤੱਕ ਇਹ ਸਾਰੇ ਵਿਅਕਤੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਤਨਖਾਹ ਨਹੀਂ ਲਗਵਾ ਲੈਂਦੇ, ਉਸ ਸਮੇਂ ਤੱਕ ਇਹਨਾਂ ਸਾਰਿਆਂ ਨੂੰ ਕਿਸੇ ਵੀ ਗੁਰੂ ਘਰ ਅਤੇ ਸੰਗਤੀ ਇਕੱਠ ਦੇ ਵਿੱਚ ਬੋਲਣ ਨਾ ਦਿੱਤਾ ਜਾਵੇ। ਭਾਈ ਮੰਡ ਨੇ ਕਿਹਾ ਹੈ ਕਿ ਜਿਵੇਂ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਲਈ इंसाफ की मांग के लिए बरगाड़ी के विच लाए मोर्चे नूं धोखे दे नाल खत्म करवाया सी, उस तरह सुखजिंदर सिंह रंधावा, तृप्त रजिंदर सिंह बाजवा, हरमिंदर सिंह गिल, कुशलदीप सिंह किक्की ढिल्लों, कुलबीर सिंह जीरा ने पिछले लंबे समय तो श्री अकाल तख्त साहिब विखे खड़े होकर बेअदबी के इंसाफ के विच देरी के लिए सारा दोष कैप्टन ते मड़ के जल्द इंसाफ दिवाउण दा भरोसा दिता सी। रंधावा, बाजवा, गिल, किक्की ढिल्लों ते जीरा ने श्री गुरु ग्रंथ साहिब की बेअदबी के नां ते सियासी खेड खेडी है। सो पंजा ਸਿੰਘਾਂ ਨੇ ਮੀਟਿੰਗ ਕਰਕੇ ਮਹਿਸੂਸ ਕੀਤਾ ਹੈ ਕਿ ਇਹਨਾਂ ਸਾਰਿਆਂ ਦੀ ਨੀਤੀ ਕੈਪਟਨ ਤੋਂ ਵੱਖ ਨਹੀਂ ਹੈ। ਸਿੱਖ ਕੌਮ ਨੂੰ ਧੋਖਾ ਦੇਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਤੋਂ ਮੁਨਕਰ ਹੋਣ ਦੇ ਦੋਸ਼ਾਂ ਅਧੀਨ ਇਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਅੱਜ ਪੰਜ ਸਿੰਘ ਸਾਹਿਬਾਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਈ ਸੀ। ਇਹਦਾ ਕਾਰਨ ਇਹ ਸੀ ਕਿ ਜਦੋਂ ਬਰਗਾੜੀ ਦਾ ਮੋਰਚਾ ਚੱਲ ਰਿਹਾ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ ਨੇ 5 ਏਲਚੀ ਭੇਜੇ ਸੀ ਕਿ ਜਿਹੜੀਆਂ ਰਹਿੰਦੀਆਂ ਮੰਗਾਂ ਅਸੀਂ ਉਹ ਪ੍ਰਵਾਨ ਕਰਾਂਗੇ ਤੇ ਮੋਰਚੇ ਨੂੰ ਸਮਾਪਤ ਕੀਤਾ ਜਾਵੇ। ਸੰਗਤ ਨੇ ਗੁਰੂ ਦੀ ਹਾਜ਼ਰੀ ਵਿੱਚ ਜਦੋਂ ਉਹਨਾਂ ਨੇ ਸਹੁੰ ਖਾਧੀ ਤੇ ਇਹ ਗੱਲ ਮੰਨ ਕੇ ਤੇ ਮੋਰਚੇ ਨੂੰ ਮੁਲਤਵੀ ਕਰ ਦਿੱਤਾ, ਪਰ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਫਰਜ਼ ਨਹੀਂ ਨਿਭਾਇਆ। ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਨੂੰ ਤਲਬ ਕੀਤਾ ਔਰ ਵਾਰੀ-ਵਾਰੀ ਉਹ ਟਾਲਦੇ ਰਹੇ। ਆਖਰ ਉਹ ਅਕਾਲ ਤਖਤ ਤੇ ਨਾ ਆਏ ਤੇ ਫਿਰ ਸਾਨੂੰ ਮਾਨ ਮਰਜ਼ਾਦਾ ਦੇ ਮੁਤਾਬਕ ਉਹਨਾਂ ਦੇ ਉਲਟ ਸਾਨੂੰ ਉਹਨਾਂ ਨੂੰ ਤਨਖਾਹੀਆ ਕਰਾਰ ਦੇਣਾ ਪਿਆ। ਔਰ ਉਸ ਤੋਂ ਅੱਗੇ ਜਿਹੜੇ 2 ਮੰਤਰੀ ਤੇ 3 ਐਮਐਲਏਆਂ ਦੀ ਟੀਮ ਗਈ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਸਾਡੀ ਬੇਵਸੀ ਹੈ ਕਿਉਂਕਿ ਸਾਡੇ ਕੋਲ ਪਾਵਰ ਨਹੀਂ ਹੈਗੀ। ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਕਹਿੰਦੇ ਰਹੇ ਪਰ ਸਾਡੀ ਉਹਨੇ ਗੱਲ ਨਹੀਂ ਮੰਨੀ। ਪਰ ਵਾਹਿਗੁਰੂ ਨੇ ਇੱਕ ਕਲਾ ਵਰਤਾਈ ਕਿ ਪਾਵਰ ਉਹੀ ਪਾਵਰ ਜਿਹੜੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਣਿਆ ਤੇ ਬਾਕੀ ਜਿਹੜੇ ਮੰਤਰੀ ਉਹਨਾਂ ਕੋਲ ਪਾਵਰ ਆਈ। ਮੁੱਖ ਮੰਤਰੀ ਵੀ ਬਦਲ ਗਿਆ ਪਰ ਉਹਨਾਂ ਨੇ 3 ਮਹੀਨਿਆਂ ਦੇ ਵਿੱਚ ਜਿਹੜੇ ਕਿ ਬੜੇ ਦਮਗਜੇ ਮਾਰਦੇ ਸੀ, ਕਦੀ ਰੋਣ ਲੱਗ ਪੈਂਦੇ ਸੀ, ਕਦੀ ਕੁਝ ਕਰਦੇ ਸੀ, ਉਹਨਾਂ ਨੇ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਬਜਾਏ ਕੁਝ ਨਹੀਂ ਕੀਤਾ। ਕੈਨੇਡਾ ਦੇ ਵਿੱਚ ਲਾਜ਼ਮੀ ਟੀਕਾਕਰਨ ਦੇ ਵਿਰੋਧ ਦੇ ਵਿੱਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਭਾਰਤ ਨੇ ਉੱਥੇ ਰਹਿਣ ਵਾਲੇ ਆਪਣੇ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਹੈ। ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਇਸ ਸੰਬੰਧ ਵਿੱਚ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਵਰਤਮਾਨ ਹਾਲਤ ਨੂੰ ਦੇਖਦੇ ਹੋਏ ਕੈਨੇਡਾ ਦੇ ਵਿੱਚ ਰਹਿਣ ਵਾਲੇ ਅਤੇ ਇੱਥੇ ਆਉਣ ਦੀ ਯੋਜਨਾ ਬਣਾਉਣ ਵਾਲੇ ਭਾਰਤੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਉਹਨਾਂ ਨੇ ਕਿਹਾ ਹੈ ਕਿ ਪ੍ਰਦਰਸ਼ਨ ਵਾਲੇ ਖੇਤਰਾਂ ਦੇ ਵਿੱਚ ਜਾਣ ਤੋਂ ਬਚਣਾ ਚਾਹੀਦਾ ਹੈ। ਹਾਈ ਕਮਿਸ਼ਨਰ ਨੇ ਕਿਹਾ ਹੈ ਕਿ ਓਟਾਵਾ ਦੇ ਵਿੱਚ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਦੂਜੇ ਸ਼ਹਿਰਾਂ ਦੇ ਵਿੱਚ ਵੀ ਕਰਫਿਊ ਲਗਾਇਆ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਓਟਾਵਾ ਅਤੇ ਟੋਰਾਂਟੋ ਸਮੇਤ ਕੈਨੇਡਾ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ। ਸੋ ਇਸ ਦੇ ਵਿੱਚ ਟਰੱਕ ਡਰਾਈਵਰ ਵੀ ਸ਼ਾਮਿਲ ਨੇ। ਇਸ ਕਾਰਨ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਲੋੜੀਂਦੇ ਸਮਾਨ ਦੀ ਕਮੀ ਹੋਣ ਲੱਗੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਦੇ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਤਾਂ ਅਹਿਮ ਗੈਸ ਪਾਈਪਲਾਈਨ ਨੋਰਡ ਸਟ੍ਰੀਮ 2 ਨੂੰ ਰੋਕ ਦਿੱਤਾ ਜਾਏਗਾ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਸਿਰਫ ਅਮਰੀਕਾ ਅਤੇ ਉਹਨਾਂ ਦੇ ਸਹਿਯੋਗੀ ਹੀ ਹਮਲੇ ਦੀਆਂ ਗੱਲਾਂ ਕਰ ਰਹੇ ਨੇ। ਪੁਤਿਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਨੇ ਮਾਸਕੋ ਦੇ ਵਿੱਚ 5 ਤੋਂ ਵੱਧ ਘੰਟਿਆਂ ਤੱਕ ਮੁਲਾਕਾਤ ਕੀਤੀ ਹੈ। ਇਸ ਦੌਰਾਨ ਬਾਈਡਨ ਅਤੇ ਸ਼ੋਲਜ਼ ਨੇ ਯੂਕਰੇਨ ਦੇ ਸੰਕਟ ਦੇ ਨਾਲ ਨਜਿੱਠਣ ਦੇ ਲਈ ਕੋਸ਼ਿਸ਼ਾਂ ਦੇ ਤਹਿਤ ਵਾਈਟ ਹਾਊਸ ਦੇ ਵਿੱਚ ਗੱਲਬਾਤ ਕੀਤੀ ਹੈ। ਰੂਸ ਨੇ ਯੂਕਰੇਨ ਦੀ ਸਰਹੱਦ ਤੇ ਹਜ਼ਾਰਾਂ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਹੈ ਅਤੇ ਉਹ ਲਗਾਤਾਰ ਰੋਜ਼ਾਨਾ ਆਪਣੀ ਫੌਜ ਨੂੰ ਮਜ਼ਬੂਤ ਕਰ ਰਿਹਾ ਹੈ। ਬਾਈਡਨ ਨੇ ਕਿਹਾ ਕਿ ਜੇਕਰ ਰੂਸ ਹਮਲਾ ਕਰਦਾ ਹੈ ਤਾਂ ਮਤਲਬ ਜੇਕਰ ਟੈਂਕਰ ਅਤੇ ਬਲ ਫਿਰ ਤੋਂ ਯੂਕਰੇਨ ਦੀ ਸਰਹੱਦ ਪਾਰ ਕਰਦੇ ਨੇ ਤਾਂ ਰੂਸ ਤੋਂ ਜਰਮਨੀ ਦੇ ਵਿਚਕਾਰ ਨੋਰਡ ਸਟ੍ਰੀਮ 2 ਨਹੀਂ ਰਹੇਗੀ। ਅਸੀਂ ਇਸ ਨੂੰ ਰੋਕ ਦੇਵਾਂਗੇ। ਇਸ ਦੇ ਨਾਲ ਨਾ ਸਿਰਫ ਰੂਸ ਨੂੰ ਆਰਥਿਕ ਨੁਕਸਾਨ ਹੋਏਗਾ ਸਗੋਂ ਜਰਮਨੀ ਦੀਆਂ ਵੀ ਮੁਸ਼ਕਲਾਂ ਵਧਣਗੀਆਂ। ਪਾਈਪਲਾਈਨ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਪਰ ਇਸ ਨੂੰ ਹਾਲੇ ਚਾਲੂ ਨਹੀਂ ਕੀਤਾ ਗਿਆ ਹੈ। ਬਾਈਡਨ ਨੇ ਕਿਹਾ ਹੈ ਕਿ ਅਸੀਂ ਸਾਰੇ ਤਿਆਰ ਹਾਂ, ਪੂਰਾ ਨਾਟੋ ਤਿਆਰ ਹੈ। ਬਾਈਡਨ ਨੇ ਦ੍ਰਿੜਤਾ ਦੇ ਨਾਲ ਦੁਹਰਾਇਆ ਹੈ ਕਿ ਪਾਈਪਲਾਈਨ ਨੂੰ ਰੋਕ ਦਿੱਤਾ ਜਾਏਗਾ, ਜਦਕਿ ਸ਼ੋਲਜ਼ ਨੇ ਸੰਕਟ ਨੂੰ ਘੱਟ ਕਰਨ ਦੇ ਲਈ ਰੂਸ ਤੇ ਦਬਾਅ ਪਾਉਣ ਦੀ ਖਾਤਰ ਰੋਕਾਂ ਦੇ ਵਿੱਚ ਕੁਝ ਅਸਪਸ਼ਟਤਾ ਰੱਖਣ ਦੀ ਲੋੜ ਨੂੰ ਬਲ ਦਿੱਤਾ ਹੈ।
ਅਮਰੀਕੀ ਹਵਾਈ ਸੈਨਾ ਨੇ ਧਾਰਮਿਕ ਆਧਾਰ ਤੇ 9 ਹਵਾਈ ਸੈਨਿਕਾਂ ਨੂੰ ਲਾਜ਼ਮੀ ਤੌਰ ਤੇ ਕੋਵਿਡ-19 ਰੋਧੀ ਟੀਕਾ ਲਗਵਾਉਣ ਦੇ ਨਿਯਮ ਤੋਂ ਛੋਟ ਦਿੱਤੀ ਹੈ। ਇਸ ਦੇ ਨਾਲ ਹੀ ਲਾਜ਼ਮੀ ਟੀਕਾਕਰਨ ਤੋਂ ਛੋਟ ਦੇਣ ਵਾਲੀ ਇਹ ਦੂਜੀ ਮਿਲਟਰੀ ਸੇਵਾ ਬਣ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਦੇ 6400 ਤੋਂ ਜ਼ਿਆਦਾ ਕਰਮੀਆਂ ਨੇ ਟੀਕਾ ਲਗਵਾਉਣ ਦੇ ਨਿਯਮਾਂ ਤੋਂ ਛੋਟ ਦੇਣ ਦੇ ਲਈ ਅਰਜ਼ੀ ਦਿੱਤੀ ਹੈ ਅਤੇ ਹੋਰ ਸੇਵਾਵਾਂ ਦੇ ਕਰਮੀਆਂ ਨੇ ਧਾਰਮਿਕ ਆਧਾਰ ਤੇ ਛੋਟ ਨਾ ਦੇਣ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਹੈ। ਹਵਾਈ ਸੈਨਾ ਦੇ ਵਧੀਕ ਮਰੀਨ ਕੋਰ ਨੇ ਹੁਣ ਤੱਕ 3 ਕਰਮੀਆਂ ਨੂੰ ਧਾਰਮਿਕ ਆਧਾਰ ਤੇ ਇਹ ਛੋਟ ਪ੍ਰਦਾਨ ਕੀਤੀ ਹੈ। ਸੋ ਅਮਰੀਕੀ ਸੈਨਾ ਅਤੇ ਨੇਵੀ ਦੇ ਵਿੱਚ ਅਜਿਹੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਸੋ ਧਾਰਮਿਕ ਆਧਾਰ ਤੇ ਛੋਟ ਨਾ ਦੇਣ ਦੇ ਲਈ ਮਿਲਟਰੀ ਸੇਵਾਵਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਕੁੱਲ ਮਿਲਾ ਕੇ ਮਿਲਟਰੀ ਸੇਵਾਵਾਂ ਦੇ 14,000 ਤੋਂ ਵੱਧ ਕਰਮੀਆਂ ਨੇ ਧਾਰਮਿਕ ਆਧਾਰ ਤੇ ਟੀਕਾ ਨਾ ਲਗਵਾਉਣ ਦੇ ਲਈ ਅਰਜ਼ੀ ਦਿੱਤੀ ਹੈ। ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ। ਕੁਝ ਦੇਸ਼ਾਂ ਦੇ ਵਿੱਚ ਕੋਰੋਨਾ ਦਾ ਪ੍ਰਸਾਰ ਯਕੀਨੀ ਤੌਰ ਤੇ ਘਟਿਆ ਹੈ, ਪਰ ਇਹ ਅਜੇ ਵੀ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰ ਰਿਹਾ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਟੀਕਾਕਰਨ ਮੁਹਿੰਮ ਤੇਜ਼ੀ ਦੇ ਨਾਲ ਚੱਲ ਰਹੀ ਹੈ, ਪਰ ਅਜੇ ਵੀ ਵਿਸ਼ਵ ਦੀ ਵੱਡੀ ਆਬਾਦੀ ਟੀਕਾਕਰਨ ਤੋਂ ਵਾਂਝੀ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਅਡਾਨੋਮ ਨੇ ਕਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦੀ ਰਫ਼ਤਾਰ ਹੌਲੀ ਹੋਣ ਤੋਂ ਬਾਵਜੂਦ ਇਸ ਮਹਾਮਾਰੀ ਦਾ ਪ੍ਰਭਾਵ ਕਈ ਸਾਲਾਂ ਤੱਕ ਮਹਿਸੂਸ ਕੀਤਾ ਜਾਏਗਾ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਹੜ੍ਹ ਪੀੜਤ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਵੱਡੀ ਆਰਥਿਕ ਸਹਾਇਤਾ ਮਿਲਣ ਜਾ ਰਹੀ ਹੈ। BC ਦੀ ਖੇਤੀ ਮੰਤਰੀ ਨੇ ਕਿਹਾ ਹੈ ਕਿ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ $228 ਮਿਲੀਅਨ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਉਹ ਮੁੜ ਆਪਣਾ ਧੰਦਾ ਸ਼ੁਰੂ ਕਰ ਸਕਣ। ਫੈਡਰਲ ਤੇ ਸੂਬਾ ਸਰਕਾਰ ਦੇ ਵੱਲੋਂ ਸਾਂਝੇ ਤੌਰ ਤੇ ਮੁਹੱਈਆ ਕਰਵਾਈ ਜਾ ਰਹੀ ਇਸ ਰਾਸ਼ੀ ਦੇ ਨਾਲ ਪੰਜਾਬੀ ਕਿਸਾਨਾਂ ਨੂੰ ਵੀ ਸਹਾਇਤਾ ਮਿਲੇਗੀ। ਸੋ ਬ੍ਰਿਟਿਸ਼ ਕੋਲੰਬੀਆ ਦੀ ਖੇਤੀ ਮੰਤਰੀ ਲਾਨਾ ਪੌਫਮ ਨੇ ਕਿਹਾ ਹੈ ਕਿ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ BC ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਇਸ ਨਾਲ ਦੀਆਂ ਖਾਸ ਖਬਰਾਂ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।